ਵੀਡੀਓ ਦੇਖ ਰਹੇ ਸਾਰੇ ਸਟੂਡੈਂਟਸ ਨੂੰ ਮੇਰੇ ਵੱਲੋਂ ਯਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਲੈਸਨ 9ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। ਇਸ ਲੈਸਨ ਦੇ ਵਿੱਚ ਅਸੀਂ 9th ਕਲਾਸ ਦਾ ਮੈਥਮੈਟਿਕਸ ਦਾ ਪੈਸ ਦਾ ਜਿਹੜਾ ਟੈਸਟ ਆਪਣਾ ਹੋਇਆ ਨਵੰਬਰ ਦੇ ਵਿੱਚ, ਤੇ ਉਹਦੇ ਜਿਹੜੇ ਕੁਐਸਚਨਸ ਨੇ ਆਪਣੇ ਕੋਲ 20, ਉਹਨਾਂ ਦੇ ਜਿਹੜੇ ਸੋਲੂਸ਼ਨਸ ਨੇ ਉਹ ਆਪਾਂ ਡਿਸਕਸ ਕਰਾਂਗੇ ਇਸ ਵੀਡੀਓ ਲੈਸਨ ਦੇ ਵਿੱਚ। ਠੀਕ ਹੈ, ਤੋ ਦੇਖਦੇ ਹਾਂ। ਸਭ ਤੋਂ ਪਹਿਲਾ ਸਵਾਲ ਇਸ ਲੈਸਨ ਦਾ ਜਿਹੜਾ ਇਸ ਟੈਸਟ ਦਾ ਜਿਹੜਾ ਪਹਿਲਾ ਸਵਾਲ ਸੀ ਸਾਡੇ ਕੋਲ ਕਿ ਹਰ ਪਰਮੇय ਸੰਖਿਆ ਡੈਸ਼ ਹੁੰਦੀ ਹੈ, ਐਵਰੀ ਰੈਸ਼ਨਲ ਨੰਬਰ ਇਜ਼। ਤੋ ਪਰਮੇय ਸੰਖਿਆਵਾਂ ਤੇ ਆਪਰਮੇय ਸੰਖਿਆਵਾਂ ਦੋਨਾਂ ਨੂੰ ਇਕੱਠੇ ਕਰਕੇ ਜਿਹੜੀਆਂ ਸਾਡੇ ਕੋਲ ਸੰਖਿਆਵਾਂ ਬਣਦੀਆਂ ਨੇ, ਪਰਮੇय ਸੰਖਿਆਵਾਂ ਪਲਸ ਆਪਰਮੇय ਸੰਖਿਆਵਾਂ, ਇਹਨਾਂ ਨੂੰ ਅਸੀਂ ਬੋਲਦੇ ਹਾਂ ਵਾਸਤਵਿਕ ਸੰਖਿਆਵਾਂ। ਠੀਕ ਹੈ, ਜਾਂ ਰੀਅਲ ਨੰਬਰਸ। ਤੋ ਹਰ ਜਿਹੜੀ ਪਰਮੇय ਸੰਖਿਆ ਹੈ ਉਹ ਸਾਡੇ ਕੋਲ ਇੱਕ ਵਾਸਤਵਿਕ ਸੰਖਿਆ ਵੀ ਹੁੰਦੀ ਹੈ। ਠੀਕ ਹੈ, ਤੋ ਰੀਅਲ ਨੰਬਰ ਵੀ ਹੁੰਦੀ ਹੈ। ਤੋ ਇਸ ਸਵਾਲ ਦਾ ਜਿਹੜਾ ਸਾਡੇ ਕੋਲ ਸਹੀ ਜਵਾਬ ਸੀ ਜਾਂ ਸਹੀ ਜਵਾਬ ਹੈ ਉਹ ਸਾਡੇ ਕੋਲ ਰੀਅਲ ਨੰਬਰਸ ਹੈ, ਵਾਸਤਵਿਕ ਸੰਖਿਆਵਾਂ। ਅਗਲਾ ਸਵਾਲ ਹੈ ਸਾਡੇ ਕੋਲ ਵਰਗਮੂਲ 9 ਕਿਹੜੀ ਸੰਖਿਆ ਹੈ। ਹੁਣ ਜਿਹੜਾ ਵਰਗਮੂਲ 9 ਹੈ ਤੋ ਇਹ ਸਾਡੇ ਕੋਲ 3 ਦੇ ਬਰਾਬਰ ਹੁੰਦਾ, ਔਰ 3 ਸਾਡੇ ਕੋਲ ਇੱਕ ਹੋਲ ਨੰਬਰ ਹੈ, ਨੈਚੁਰਲ ਨੰਬਰ ਹੈ, ਜਾਂ ਅਸੀਂ ਇਹਨੂੰ ਪਰਮੇय ਸੰਖਿਆ ਵੀ ਕਹਿ ਸਕਦੇ ਹਾਂ। ਠੀਕ ਹੈ, ਇਜ਼ ਅ ਰੈਸ਼ਨਲ ਨੰਬਰ। ਹੇਠ ਲਿਖਿਆਂ ਵਿੱਚੋਂ ਕਿਹੜੀ ਦੋ ਪਦਾਂ ਵਾਲੀ 20 ਘਾਤੀ ਬਹੁਪਦ ਹੈ। ਵਿਚ ਆਫ ਦ ਫੋਲੋਇੰਗ ਇਜ਼ ਅ ਬਾਇਨੋਮੀਅਲ ਆਫ ਡਿਗਰੀ 20। ਤੋ ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ x ਦੀ ਜਿਹੜੀ ਘਾਤ ਹੈ ਉਹ 20k ਦੇ ਵਿੱਚ ਹੈ, ਸਿਰਫ ਇਹ ਵਾਲੀ ਆਪਸ਼ਨ ਦੇ ਵਿੱਚ ਹੈ। ਠੀਕ ਹੈ, ਔਰ ਇਹਦੇ ਵਿੱਚ ਦੋ ਪਦ ਵੀ ਹੈਗੇ ਨੇ, ਇੱਕ x ਦੀ ਘਾਤ 20 ਹੈ ਤੇ ਇੱਕ ਸਾਡੇ ਕੋਲ 1 ਹੈ। ਤੋ ਇਹਦਾ ਸਹੀ ਜਵਾਬ ਹੈ x² - x ਇੱਕ ਡੈਸ਼ ਬਹੁਪਦ ਹੈ। ਤੋ ਅਗਰ ਸਾਡੇ ਕੋਲ ਚਲਦੀ ਜਿਹੜੀ ਘਾਤ ਹੈ ਉਹ ਵੱਡੀ ਘਾਤ ਜਿਹੜੀ ਉਹ 2 ਹੈ, ਤੋ ਇਹ ਸਾਡੇ ਕੋਲ ਇੱਕ ਕੁਆਡਰੇਟਿਕ ਪੋਲੀਨੋਮੀਅਲ ਹੋਏਗਾ। ਠੀਕ ਹੈ, ਦੋ ਘਾਤੀ। ਅਗਲਾ ਸਵਾਲ ਹੈ ਸਾਡੇ ਕੋਲ ਜੇ A B C ਇੱਕ ਲਾਈਨ ਤੇ 3 ਬਿੰਦੂ ਹਨ। ਠੀਕ ਹੈ, ਇਹ ਸਾਡੇ ਕੋਲ A B C ਇੱਕੋ ਹੀ ਲਾਈਨ ਦੇ ਉੱਤੇ 3 ਬਿੰਦੂ ਹੈਗੇ, ਔਰ ਨਾਲ ਕੀ ਕੰਡੀਸ਼ਨ ਦਿੱਤੀ ਹੈ ਕਿ B ਬਿੰਦੂਆਂ A ਅਤੇ C ਦੇ ਵਿਚਕਾਰ ਹੈ। ਇਹ ਬਿੰਦੂ ਸਾਡੇ ਕੋਲ A ਹੈ। ਠੀਕ ਹੈ, B ਜਿਹੜਾ ਹੈ ਉਹ A ਤੇ C ਦੇ ਵਿਚਕਾਰ ਹੈ, ਤੇ C ਅਸੀਂ ਇੱਥੇ ਰੱਖ ਲੈਂਦੇ। ਠੀਕ ਹੈ, B A ਤੇ C ਦੇ ਵਿਚਕਾਰ ਹੈ। ਤੋ ਇਹਦੇ ਵਿੱਚ ਅਸੀਂ ਦੇਖ ਕੇ ਦੱਸ ਸਕਦੇ ਹਾਂ ਬੜੀ ਆਸਾਨੀ ਦੇ ਨਾਲ ਕਿ AB plus BC ਸਾਡੇ ਕੋਲ AC ਦੇ ਬਰਾਬਰ ਹੋਏਗਾ। ਠੀਕ ਹੈ, ਤੋ ਇਹਦੇ ਵਿੱਚ ਆਪਸ਼ਨ ਜਿਹੜੀ ਹੈ ਉਹ ਸਾਡੇ ਕੋਲ ਚੌਥੀ ਉਹ ਬਿਲਕੁਲ ਸਹੀ ਹੈ, AB plus BC equals to AC। ਅਗਲਾ ਸਵਾਲ ਹੈ ਸਾਡੇ ਕੋਲ ਬਹੁਪਦ fx equals to 2x plus 7 ਦੀ ਸਿਫਰ ਕੀ ਹੋਏਗੀ ਨਾ, the zero of the polynomial fx equals to 2x plus 7। ਤੋ ਜਦੋਂ ਕਿਸੇ ਵੀ ਪੋਲੀਨੋਮੀਅਲ ਦੀ ਅਸੀਂ ਸਿਫਰ ਲੱਭਣੀ ਹੈ ਤਾਂ ਉਹਨੂੰ 0 ਦੇ ਬਰਾਬਰ ਪੁੱਟ ਕਰ ਲਓ। that means 2x plus 7 equals to 0 ਲਿਖ ਲਾਂਗੇ। ਇੱਥੋਂ ਸਾਡੇ ਕੋਲ 2x equals to -7 and x equals to -7/2 ਆ ਜਾਏਗਾ। ਤੋ ਇਹ ਜਿਹੜੀ ਵੈਲਿਊ ਹੈ x ਦੀ, ਇਹ ਹੀ ਸਾਡੇ ਕੋਲ ਇਸ ਬਹੁਪਦ ਦੀ 0 ਹੈ, ਸਿਫਰ ਹੈ। ਠੀਕ ਹੈ, -7/2। ਤੋ ਇਹ ਆਪਸ਼ਨ ਬਿਲਕੁਲ ਸਹੀ ਹੈ। ਇਸ ਤੋਂ ਬਾਅਦ ਸਾਡੇ ਕੋਲ ਹੈ x ਧੁਰੇ ਤੋਂ ਇੱਕ ਬਿੰਦੂ A -2, 0 ਦੀ ਦੂਰੀ ਡੈਸ਼ ਇਕਾਈ ਹੈ। ਸਾਡੇ ਕੋਲ ਜਦੋਂ ਵੀ ਕੋਈ ਵੀ ਜੇ ਪੁਆਇੰਟ ਹੈ ਉਹਦੇ ਨਿਰਦੇਸ਼ਾਂਕ, ਉਹਦੇ ਕੋਆਰਡੀਨੇਟ ਸਾਨੂੰ ਦਿੱਤੇ ਹੋਏ ਨੇ, ਤੋ ਜਿਹੜਾ x ਕੋਆਰਡੀਨੇਟ ਹੁੰਦਾ ਇਹ ਉਸ ਪੁਆਇੰਟ ਦਾ y ਧੁਰੇ ਤੋਂ ਜਿਹੜਾ ਡਿਸਟੈਂਸ ਹੈ ਦੱਸਦਾ, ਤੇ ਜਿਹੜਾ y ਕੋਆਰਡੀਨੇਟ ਹੁੰਦਾ ਇਹ ਉਸ ਪਾਰਟਿਕੂਲਰ ਪੁਆਇੰਟ ਦਾ x ਧੁਰੇ ਤੋਂ ਡਿਸਟੈਂਸ ਦੱਸਦਾ ਹੁੰਦਾ ਕਿ ਕੀ ਹੋਏਗਾ। ਠੀਕ ਹੈ, ਤੋ x ਧੁਰੇ ਤੋਂ ਅਸੀਂ ਜੇ ਬਿੰਦੂ ਦੀ ਦੂਰੀ ਦੇਖਣੀ ਹੈ ਤਾਂ ਅਸੀਂ ਇਹਦੇ 'ਚ ਇਹਦਾ y ਕੋਆਰਡੀਨੇਟ ਕੋਟੀ ਜਿਹੜਾ ਹੈ ਉਹ ਦੇਖਾਂਗੇ, ਉਹ ਸਾਡੇ ਕੋਲ 0 ਹੈ। ਇਹਦਾ ਮਤਲਬ ਇਹ ਵਾਲਾ ਪੁਆਇੰਟ ਜਿਹੜਾ ਇਹ x ਧੁਰੇ ਦੇ ਉੱਤੇ ਹੀ ਸਥਿਤ ਹੋਏਗਾ, ਔਰ x ਧੁਰੇ ਤੋਂ ਇਸ ਦੀ ਦੂਰੀ ਜਿਹੜੀ ਉਹ ਸਾਡੇ ਕੋਲ ਕੀ ਹੋਏਗੀ, 0 ਇਕਾਈ। ठीक है, तो ਇਹਦਾ ਬਿਲਕੁਲ ਸਹੀ ਜਵਾਬ ਹੈ, ਸਹੀ ਆਨਸਰ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲ ਬਿੰਦੂ -3 + 4 ਕਿਸ ਚੌਥਾਈ ਵਿੱਚ ਸਥਿਤ ਹੈ। ਹੁਣ ਜਦੋਂ ਅਸੀਂ ਚੌਥਾਈਆਂ ਦੀ ਗੱਲ ਕਰਦੇ ਹਾਂ ਤਾਂ ਜਿਹੜੀ ਪਹਿਲੀ ਚੌਥਾਈ ਹੈ ਸਾਡੇ ਕੋਲ ਇਹ ਵਾਲੀ, ਇਹਦੇ ਵਿੱਚ x ਤੇ y ਦੋਨੋਂ ਹੀ ਪੋਜ਼ਿਟਿਵ ਹੁੰਦੇ ਆ। ਦੂਸਰੀ ਚੌਥਾਈ ਦੇ ਵਿੱਚ x ਨੈਗੇਟਿਵ y ਪੋਜ਼ਿਟਿਵ। ਤੀਸਰੀ ਚੌਥਾਈ ਦੇ ਵਿੱਚ ਦੋਨੋਂ ਹੀ ਨੈਗੇਟਿਵ, x ਵੀ ਨੈਗੇਟਿਵ ਤੇ y ਵੀ ਸਾਡੇ ਕੋਲ ਨੈਗੇਟਿਵ ਹੁੰਦਾ ਹੈ। ਔਰ ਚੌਥੀ ਚੌਥਾਈ ਦੇ ਵਿੱਚ x ਦੀ ਵੈਲਿਊ ਜਿਹੜੀ ਹੈ ਉਹ ਸਾਡੇ ਕੋਲ ਪੋਜ਼ਿਟਿਵ ਹੁੰਦੀ ਹੈ ਤੇ y ਦੀ ਵੈਲਿਊ ਸਾਡੇ ਕੋਲ ਨੈਗੇਟਿਵ ਹੁੰਦੀ ਹੈ। ਤੋ ਇਸ ਬਿੰਦੂ ਦੇ ਜਿਹੜੇ ਨਿਰਦੇਸ਼ਾਂਕ ਨੇ, ਕੋਆਰਡੀਨੇਟਸ ਨੇ, ਉਹਦੇ ਵਿੱਚ ਅਸੀਂ ਦੇਖ ਸਕਦੇ ਹਾਂ
एक्स नैगेटिव है वाई पॉजिटिव है तो ये साडे कोल सैकेंड क्वाड्रेंट होएगा। ठीक है, सैकेंड क्वाड्रेंट या दूजी चौथाई। 9वां सवाल है उस त्रिभुज का खेत्रफल पता करो जिस ਦੀਆਂ ਦੋ ਭੁਜਾਵਾਂ 18 ਸੈਂਟੀਮੀਟਰ ਅਤੇ 10 ਸੈਂਟੀਮੀਟਰ ਹਨ ਅਤੇ ਪਰਿਮਾਪ 42 ਸੈਂਟੀਮੀਟਰ ਹੈ। ਠੀਕ ਹੈ, तो त्रिभुज है अपने ਕੋਲ ਦਿੱਤੀ ਹੋਈ। ਇਹਦੀਆਂ ਦੋ ਭੁਜਾਵਾਂ ਜਿਹੜੀਆਂ ਨੇ ਉਹ 18 ਸੈਂਟੀਮੀਟਰ ਤੇ 10 ਸੈਂਟੀਮੀਟਰ ਨੇ। और तीसरी भुजा ਨੂੰ अगर ਅਸੀਂ x ਮੰਨ ਲਈਏ तो परिमाप ਜਿਹੜਾ ਦਿੱਤਾ ਹੋਇਆ है x जमा 18 जमा 10 ਉਹਦੀ ਕੀਮਤ ਦਿੱਤੀ ਹੋਈ ਹੈ 42। तो x की कीमत इतने साढ़े को आ जाएगी 42 घटाओ 28। ठीक है, 42 माइनस 28 और ये माइनस करांगे तो साढ़े को बन जाता है 14। ठीक है, तो तीजी जी साइड है वो साढ़े को 14 होगी। तो असी ਇਹਦਾ ਖੇਤਰਫਲ ਪਤਾ ਕਰਨਾ ਹੈ। ਜਦੋਂ ਸਾਨੂੰ ਤ੍ਰਿਭੁਜ ਦੀਆਂ ਤਿੰਨੋਂ ਭੁਜਾਵਾਂ ਦਿੱਤੀਆਂ ਹੋਣ ਤਾਂ ਖੇਤਰਫਲ ਜਿਹੜਾ ਉਹ ਅਸੀਂ ਹੀਰੋ ਦੇ ਸੂਤਰ ਦੇ ਨਾਲ ਪਤਾ ਕਰਦੇ ਹਾਂ ਨਾ, ਹੀਰੋਜ਼ ਫਾਰਮੂਲਾ। तो ये सब तो पहला ਅਸੀਂ S कैलकुलेट करांगे। S ਸਾਡੇ ਕੋਲ ਕੀ ਹੁੰਦਾ है A + B + C मतलब ਤਿੰਨੋਂ ਭੁਜਾਵਾਂ ਦਾ ਜੋੜ ਵਟਾ 2 ਸੈਮੀ ਪੈਰੀਮੀਟਰ। ਠੀਕ ਹੈ, ਤ੍ਰਿਭੁਜ ਦਾ ਪਰਿਮਾਪ ਕੱਢੋ ਉਹਦਾ ਅੱਧ ਕਰ ਲਓ, ਤੈਨੂੰ ਅਸੀਂ ਤ੍ਰਿਭੁਜ ਦਾ ਅਰਧ ਪਰਿਮਾਪ ਵੀ ਕਹਿ ਸਕਦੇ ਹਾਂ ਜਾਂ ਸੈਮੀ ਪੈਰੀਮੀਟਰ ਟ੍ਰਾਇੰਗਲ ਆਫ ਟ੍ਰਾਇੰਗਲ ਕਹਿ ਸਕਦੇ ਹਾਂ। ਠੀਕ ਹੈ, तो ये ਸਾਡੇ ਕੋਲ ਹੈ ਭੁਜਾਵਾਂ ਦੀ ਜਿਹੜੀ ਲੰਬਾਈ ਹੈ 14 10 ਤੇ 18 14 10 ਤੇ 18 ਵਟਾ 2। तो ये ਸਾਡੇ ਕੋਲ ਬਣ ਜਾਏਗਾ 18 10 28 28 ਤੇ 14 42। ठीक, वो सानू दिता भी होया सीगा परिमाप 42 42 बटा 2 ये साडे कोल आ जाएगा 21। तो जिहड़ा एरिया है खेत्रफल वो अपने कोल की हुंदा है वर्गमूल S S माइनस A S माइनस B इंटू S माइनस C। ठीक है, तो ये विच आपां कीमतां जिहड़ियां वो भर देंगे। तो S अपने कोल आ गया 21, इत्थे साडे कोल 21 माइनस 14 फिर 21 माइनस 18 ਤੇ 21 ਮਾਈਨਸ 10 ਜਿਹੜਾ ਹੈ ਉੱਤਰ ਸਾਡੇ ਕੋਲ ਅਗਲਾ ਸਟੈਪ ਜਿਹੜਾ ਬਣ ਜਾਏਗਾ। तो ਇਹਨੂੰ ਹੋਰ ਸਿੰਪਲੀਫਾਈ ਕਰਾਂਗੇ। ਸਾਡੇ ਕੋਲ 21 21 ਚੋਂ 14 ਕੱਢੇ ਸਾਡੇ ਕੋਲ 7 ਆਣਗੇ, 21 ਚੋਂ 18 ਕੱਢੇ 3 ਆ ਜਾਣਗੇ ਔਰ 21 ਚੋਂ 10 ਕੱਢੇ ਤੇ 11 ਆ ਜਾਣਗੇ। ਠੀਕ, तो ਇਹਨਾਂ ਨੂੰ ਹੋਰ ਅਸੀਂ ਫਰਦਰ ਅਗਰ ਦੇਖਣਾ ਹੋਵੇ ਤੇ ਇਹਨੂੰ 21 ਲਿਖਿਆ ਜਾ ਸਕਦਾ 7 ਤੇ 20 ਸਾਡੇ ਕੋਲ 21 ਹੁੰਦੇ ਨੇ। तो 21 ਗੁਣਾ 21 ਗੁਣਾ 11 तो ਜਿਹੜਾ ਸਾਡੇ ਕੋਲ ਜੋੜਾ ਬਣ ਗਿਆ ਇਹਦੇ ਵਿੱਚੋਂ ਇੱਕ ਨੂੰ ਅਸੀਂ ਬਾਹਰ ਲਿਖ ਲਾਂਗੇ। ਠੀਕ ਹੈ, तो ये साढ़े कोल 21 वर्गमूल 11 वर्ग इकाइयां हो गया। ठीक है, सेंटीमीटर ਦੇ ਵਿੱਚ ਸੀ ਸ਼ਾਇਦ सेंटीमीटर, तो इतने साढ़े को सेंटीमीटर स्क्वायर आ जाएगा या समधी दो। ठीक, तो 21 वर्गमूल 11 ਜਿਹੜਾ ਹੈ ਉਹ ਸਾਡੇ ਕੋਲ ਆਨਸਰ ਬਿਲਕੁਲ ਸਹੀ ਹੈ ਸਵਾਲ ਦਾ ਚੌਥੇ ਵਾਲਾ। ਠੀਕ, ਅਗਲਾ ਸਵਾਲ ਹੈ ਸਾਡੇ ਕੋਲ ਤ੍ਰਿਭੁਜ ਦੇ ਖੇਤਰਫਲ ਲਈ ਹੀਰੋ ਦੇ ਸੂਤਰ ਵਿੱਚ S ਕੀ ਦਰਸਾਉਂਦਾ ਹੈ। ਆਪਾਂ ਹੁਣੇ ਗੱਲ ਕਰਕੇ ਆਏ ਕਿ ਸੈਮੀ ਪੈਰੀਮੀਟਰ ਜਾਂ त्रिभुज का अर्ध परिमाप। त्रिभुज का अर्ध परिमाप सैमी पेरीमीटर ऑफ ट्रायंगल, तो ये ऑप्शन सही है। 11वां सवाल साडे कोल है एक डायग्राम आपां नूं दित्ती हुई है। ठीक है, तो ये सानू की पूछा गया ते की दस्या गया है ए बी जिहड़ा है ये सी डी दे समानांतर है। ठीक है, तो एफ इज परपेंडिकुलर टू सी डी। एफ ई सी डी ते 90 डिग्री का कोण बनाउंदा है। ठीक, जी ई डी ये पूरा जिहड़ा कोण है वो साडे कोल है 135 डिग्री का। ठीक है, 135 ਦੇ ਵਿੱਚੋਂ ਇਹ ਸਾਡੇ ਕੋਲ 90 ਹੋਇਆ ਤੇ ਬਾਕੀ ਕਿੰਨਾ ਬਚੇਗਾ 45। ਇਹ 45 डिग्री हो गया ਸਾਡੇ ਕੋਲ जी ई एफ। उस तो बाद ए जी ई ਦਾ ਮੁੱਲ ਅਸੀਂ ਪਤਾ ਕਰਨਾ ਹੈ। ए जी ई मतलब ਇਹ ਵਾਲਾ ਜਿਹੜਾ ਕੋਣ ਹੈ ਬਾਹਰ ਵਾਲਾ ਇਹਦੀ ਕੀਮਤ ਅਸੀਂ ਪਤਾ ਕਰਨੀ ਹੈ। ਠੀਕ ਹੈ, तो ਇਹਦੇ ਚ ਹੁਣ ਦੇਖੋ ਇਹ ਕੋਣ ਜਿਹੜਾ 45 डिग्री हो गया क्योंकि टोटल ਸਾਡੇ ਕੋਲ 135 ਸੀ ਉਹਦੇ ਵਿੱਚੋਂ 90 ਕੱਢਿਆ ਤੇ 45 ਬਚਿਆ ਨਾ, ਔਰ ਇਹ ਆਪਣੇ ਕੋਲ ਪਰਪੈਂਡੀਕੂਲਰ ਹੈ। तो ये कोण साडे कोल 90 डिग्री है। तो इस त्रिभुज दे विच ये साडे कोल त्रिभुज GEF दा बाहरी कोण है। बाहरी कोण दा जिहड़ा माप है अंदरले सन्मुख कोणां दे जोड़ दे बराबर हुंदा है। ठीक है, एक्सटीरियर एंगल इज ऑलवेज इक्वल टू सम ऑफ इंटीरियर ऑपोजिट एंगल्स, मतलब इहदी कीमत साडे कोल की आएगी 90 जमा 45। ठीक है, तो साडे कोल कितना हो जाएगा 135। और वैसे भी जे असीं देखिए तो ये साडे कोल काटवीं रेखा है GE और ये जिहड़े साडे कोल ऑल्टरनेट इंटीरियर एंगल्स हैगे एकांतर कोण। ठीक है, तो अगर ये कोण 135 है तो ये कोण भी साडे कोल 135 ही बनेगा। अगला सवाल है साडे कोल 12वां सवाल त्रिभुज ABC विच AB ਅਤੇ BC दोनों बराबर ने। तो ਇਹਦੇ ਵਿੱਚ ਪਹਿਲੇ ਅਸੀਂ त्रिभुज ਜਿਹੜੀ ਇੱਕ ਬਣਾ ਲਵਾਂਗੇ।
ठीक। तो इस त्रिभुज ਦੇ ਵਿੱਚ AB ਜਿਹੜੀ ਸਾਈਡ ਹੈ ਉਹ BC ਦੇ ਬਰਾਬਰ ਹੈ, ਅਸੀਂ B ਰੱਖ ਲੈਂਦੇ ਇਹਨੂੰ A ਔਰ ਇਹ C। AB ਤੇ BC ਇਹ ਦੋਨੋਂ ਭੁਜਾਵਾਂ ਬਰਾਬਰ ਨੇ। ਉਸ ਤੋਂ ਬਾਅਦ B ਕੋਣ ਜਿਹੜਾ ਉਹ 70 ਡਿਗਰੀ ਹੈ। त्रिभुज ਦੀਆਂ ਜੇਕਰ ਦੋ ਭੁਜਾਵਾਂ ਬਰਾਬਰ ਨੇ, ਮਤਲਬ ਜੇ ਆਈਸੋਸੀਲੀਸ ਟ੍ਰਾਇੰਗਲ ਹੈ ਜਾਂ ਸਮ ਦੋ ਭੁਜੀ त्रिभुज ਜਿਹਨੂੰ ਅਸੀਂ ਕਹਿੰਦੇ ਹਾਂ, ਇਹਦੇ ਵਿੱਚ ਬਰਾਬਰ ਭੁਜਾਵਾਂ ਦੇ ਸਾਹਮਣੇ ਵਾਲੇ ਜਿਹੜੇ ਕੋਣ ਹੈ ਉਹ ਵੀ ਬਰਾਬਰ ਹੁੰਦੇ ਆ। ਠੀਕ ਹੈ, तो ਇਹ ਕੋਣ ਜਿਹੜਾ ਸਾਡੇ ਕੋਲ A ਤੇ C ਵੀ ਬਰਾਬਰ ਹੋਏਗਾ। ਅਗਰ ਇਹ x ਹੈ ਤਾਂ ਇਹਨੂੰ ਵੀ ਅਸੀਂ x ਮੰਨ ਲਾਂਗੇ। ਠੀਕ ਹੈ, तो ਤਿੰਨੋਂ ਕੋਣਾਂ ਦਾ ਜਿਹੜਾ ਸਮ ਹੈ ਸਾਡੇ ਕੋਲ x plus 70 डिग्री ਉਹ ਕਿੰਨਾ ਬਣਦਾ ਹੈਗਾ 180 डिग्री। तो 2x बराबर 180 डिग्री माइनस 70 डिग्री। तो x की कीमत जो है अपने को 2x की आ जाएगी 180 ਦੇ ਵਿੱਚੋਂ 70 ਕੱਢੇ 110 डिग्री और x की कीमत ਅਸੀਂ पता करांगे 110/2 और x इक्वल्स टू बन जाएगा 55 डिग्री। ठीक है, तो ये ऑप्शन बिल्कुल सही है। 13वां सवाल चित्र PQ चित्र विच PQ जड़ा समानांतर है P समानांतर है सॉरी Q दे। ठीक है, x का मूल पता करो। अगर P ते Q दोनों समानांतर लाइनां ने तो अगर ये 70 है तो भी 70 होएगा संगत कोण। ठीक है, और इन्हां दोनों का जोड़ है जिहड़ा वो साडे कोल 180 डिग्री होना चाहिए क्योंकि ये रेखी जोड़ा है, लीनियर पेयर। सो 2x plus 70 डिग्री इक्वल्स टू 180 डिग्री और 2x इक्वल्स टू 180 डिग्री माइनस 70 डिग्री। बिल्कुल पिछे वाले सवाल की तरह ही बन गया। तो ये x की जो वैल्यू है वो साडे कोल 110 डिग्री बटा 2 आएगी, मतलब कि 55 डिग्री। तो ਇਹਦਾ उत्तर भी ਸਾਡੇ ਕੋਲ ਕੀ ਬਣ ਜਾਂਦਾ है 55 डिग्री। नैक्सट क्वेश्चन है चित्र विच PS त्रिभुज की मध्यिका है। PS ਜਿਹੜੀ त्रिभुज की मध्यिका है, QPS ਦਾ ਮੁੱਲ ਪਤਾ ਕਰੋ। QPS ਦਾ ਹੁਣ ਇਹਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਇੱਕ ਲਾਈਨ ਜਿਹੜੀ ਇਹ ਟਿਕ ਲੱਗੀ ਹੋਈ ਹੈ, ਇਹ ਵਾਲੀ ਸਾਡੇ ਕੋਲ ਲੱਗੇ ਹੋਏ ਨੇ ਨਿਸ਼ਾਨ। ਇਹਦਾ ਮਤਲਬ ਹੈ ਕਿ ਇਹ ਦੋਨੋਂ ਭੁਜਾਵਾਂ ਬਰਾਬਰ ਨੇ। अगर ये दोनों भुजावां बराबर ने तो इन्हां दे ओपोजिट इस त्रिभुज दे विच जिहड़े कोण ने वो भी बराबर होने चाहिए। अगर ये कोण साडे कोल 40 डिग्री है, ये कोण भी कितना होएगा, ये भी 40। तो 40 ते 40 ये कोण जिहड़ा तीजा है साडे कोल x, इहदी असीं इहदा मुੱਲ पता करांगे। तो तीनों कोणां दा जोड़ है जिहड़ा वो साडे कोल 180 डिग्री बनेगा। तो x इक्वल्स टू साडे कोल हो गया 40 40 80, 180 दे विचों असीं माइनस करांगे तो x बराबर आ गया साडे कोल 100 डिग्री। तो क्योंकि ये साडे कोल सम दो भुजी त्रिभुज दे विच जिहड़ी मध्यिका हुंदी है वो P कोण नूं भी दो बराबर हिस्सिਆਂ ਦੇ ਵਿੱਚ ਵੰਡਦੀ ਹੈ। तो जे कोण P ਜਿਹੜਾ ਜਿਹਨੂੰ ਅਸੀਂ x ਨਾਮ ਦਿੱਤਾ ਸੀ ਉਹ ਸਾਡੇ ਕੋਲ 100 डिग्री है ਤਾਂ ਇਹਦਾ ਮਤਲਬ ਇਹ ਦੋਨੋਂ ਸਾਈਡ ਜਿਹੜੇ ਕੋਣ ਬਣਦੇ ਨੇ ਹਾਫ ਹਾਫ ਇਹ 50 डिग्री ਦੇ ਹੋਣਗੇ। ठीक है, तो QPS कोण ਦਾ ਜਿਹੜਾ ਮਾਪ ਹੈ ਉਹ ਸਾਡੇ ਕੋਲ 50 डिग्री ਹੋਏਗਾ, 50 डिग्री। ठीक है, अगला सवाल है सीमेंट ਦੇ 6 ਥੈਲਿਆਂ जिन्हां ते हरेक ते 10 किलोग्राम अंकित है दा असली भार किलोग्राम विच हेठ लिखे अनुसार है। ठीक है, थैलियां दी तां लिखिया होया भार कि इहदे च जिहड़ा सीमेंट है वो 10 किलोग्राम है, पर एक्चुअल दे विच जदों उहनूं जोखिया भार उहदा कीता वजन किया गया तो उहदे विचों एक जिहड़ा है 10.1 किलोग्राम दा है, एक साडे कोल थैला जिहड़ा वो 9.95 है, 10.4 है, 9.93 है, 10.8 है और 10 है। ठीक है, तो संभावना पता करो कि अचानक चुने गए एक थैले का भार 10 किलोग्राम तो घट होगा। 6 bags of cement each marked 10 kg actually contain the following weights of cement in kilogram: 10.1, 9.95, 10.4, 9.93, 10.8, 10.0. Find the probability that any of these bags chosen at random contains less than 10 kg of cement। ठीक है, तो ये टोटल जो थैले ने पहला उन्होंने गिनती सानू पता होनी चाहिए है। टोटल थैले साडे कोल किन्ने ने 1 2 3 4 5 ते 6। ठीक है, 6 थैले टोटल ने, उहदे विचों किन्ने थैले ने जिहदे विच भार जिहड़ा 10 किलोग्राम तो घट है वो साडे कोल है 1 ते 2। ठीक है, तो टोटल 6 ने दो थैलियां दा जिहड़ा भार है वो एक्चुअली 10 किलोग्राम तो घट है। तो घट जिहड़ा चुनिया गया थैला उहदा भार 10 किलोग्राम तो घट होवे वो साडे कोल 2/6 होएगा। इहनूं कटांगे तो 1/3 आ जाएगा, कट करांगे। ठीक है, तो ये सही जवाब है इहदा। इस तो बाद 16वां सवाल है कंपनी दी लॉटरी दियां टिकटां 1000 टिकटां ते 5 इनाम है, मतलब टोटल 1000 बंदियां नूं टिकट दित्ती गई है, उहदे विचों 5 जणिਆਂ नूं इनाम मिलने ने। ठीक है, तो अनुकूल परिणाम साडे कोल 5 ने, टोटल जिहड़े परिणाम ने वो साडे कोल 1000 ने। तो ये साडे कोल 1/1000
200 ਇਹਦੀ ਜਿਹੜੀ ਸੰਭਾਵਨਾ ਆ ਜਾਏਗੀ ਸਾਡੇ ਕੋਲ ਪ੍ਰਾਈਜ਼ ਜਿੱਤਣ ਦੀ। ਠੀਕ ਹੈ, 1/200। ਅਗਲਾ ਸਵਾਲ ਹੈ, ਹੇਠ ਲਿਖੇ ਪ੍ਰੀਖਣਾਂ ਦੀ ਮੱਧਿਕਾ ਲਿਖੋ, ਫਾਈਂਡ ਦ ਮੀਡੀਅਨ ਆਫ ਦ ਫੋਲੋਇੰਗ ਆਬਜ਼ਰਵੇਸ਼ਨਸ। तो ਇਹਦੇ ਵਿੱਚ ਆਪਾਂ ਕਰਨਾ ਕੀ ਹੁੰਦਾ, ਸਭ ਤੋਂ ਪਹਿਲਾਂ ਅਸੀਂ ਸਭ ਤੋਂ ਛੋਟੀ ਜਿਹੜੀ ਆਬਜ਼ਰਵੇਸ਼ਨ ਲਿਖਾਂਗੇ, ਮਤਲਬ ਇਹਨੂੰ ਅਸੀਂ ਵੱਧਦੇ ਕ੍ਰਮ ਦੇ ਵਿੱਚ ਲਿਖਣਾ ਹੈ। तो सब तो छोटी साडे कोल है 144, फिर साडे कोल आएगा 145, 145 तो बाद साडे कोल आएगा 147 और फिर 148, 148 तो बाद 149, 149 तो फिर 150, 150 तो बाद साडे कोल आएगा 152, फिर 155 ਤੇ ਫਿਰ 160, 152, 55 ਤੇ 60। ਠੀਕ ਹੈ, ਸਾਰੇ ਕਵਰ ਹੋ ਗਏ। तो ਇਹਦੇ ਵਿੱਚ ਟੋਟਲ ਹੁਣ ਇਹ ਨੰਬਰ ਪਹਿਲਾਂ ਆਪਾਂ ਕਾਊਂਟ ਕਰਦੇ ਹਾਂ ਕਿੰਨੇ ਆ, 1 2 3 4 5 6 7 8 ਤੇ 9। तो ਇਹਦੇ ਵਿੱਚੋਂ ਜਿਹੜਾ ਮਿਡਲ ਨੰਬਰ ਹੈ ਉਹ ਸਾਡੇ ਕੋਲ ਇਹ ਵਾਲਾ ਬਿਲਕੁਲ ਵਿਚਕਾਰ ਵਾਲਾ ਜਿਹੜਾ ਨਾ 4 ਅੰਕ ਨੰਬਰ ਅਸੀਂ ਇਧਰੋਂ ਛੱਡ ਦਿੱਤੇ, 4 ਅੰਕੜੇ ਜਿਹੜੇ ਉਧਰੋਂ ਛੱਡ ਦਿੱਤੇ। ਠੀਕ ਹੈ, तो ਜਿਹੜਾ ਵਿਚਕਾਰ ਵਾਲਾ 149 ਇਹ ਹੀ ਸਾਡੇ ਕੋਲ ਕੀ ਹੈ, ਮੱਧਿਕਾ ਜਾਂ मीडियन। ठीक है, 149। तो ਇਹਦਾ ਆਨਸਰ ਜਿਹੜਾ ਉਹ ਸਾਡੇ ਕੋਲ 149 ਆਏਗਾ। ਅਗਲਾ ਸਵਾਲ ਹੈ ਸਾਡੇ ਕੋਲ 10 20 20 30 ਵਰਗ ਅੰਤਰਾਲ ਵਿੱਚ 20 ਕਿਸ ਵਰਗ ਅੰਤਰਾਲ ਵਿੱਚ ਸ਼ਾਮਿਲ ਹੋਵੇਗਾ। ਠੀਕ ਹੈ, ਜਦੋਂ ਅਸੀਂ 10 ਤੋਂ 20 ਕਹਿੰਦੇ ਤਾਂ ਮਤਲਬ 10 ਤੋਂ 20 ਤੱਕ, ਪਰ 20 ਅਸੀਂ ਇਹਦੇ ਚ ਇਨਕਲੂਡ ਨਹੀਂ ਕਰਦੇ। 20 ਜਿਹੜਾ ਹੈ ਉਹ 20 ਤੋਂ 30 ਦੇ ਵਿੱਚ ਜਿਹੜਾ ਕਾਊਂਟ ਕੀਤਾ ਜਾਏਗਾ। ਠੀਕ ਹੈ, तो ਇਹ ਸਹੀ ਉੱਤਰ ਹੋਏਗਾ ਇਹਦਾ। ਅਗਲਾ ਹੈ ਸਾਡੇ ਕੋਲ x + 2y = 2 ਦੇ ਆਲੇਖ ਵਿੱਚ ਕਿਹੜਾ ਬਿੰਦੂ y ਧੁਰੇ ਨੂੰ ਕੱਟਦਾ ਹੈ। ਦਾ ਗ੍ਰਾਫ ਆਫ ਲੀਨੀਅਰ ਇਕੁਏਸ਼ਨ x + 2y = 2 ਕਟਸ ਦ y ਐਕਸਿਸ ਐਟ। ਹੁਣ ਇੱਕ ਚੀਜ਼ ਪਹਿਲਾਂ ਧਿਆਨ ਦੇ ਵਿੱਚ ਰੱਖੋ, ਜਿੱਥੇ ਵੀ ਇਹ ਲਾਈਨ ਜਿਹੜੀ ਹੈ y ਧੁਰੇ ਨੂੰ ਕੱਟੇਗੀ, ਠੀਕ ਹੈ, y ਧੁਰੇ ਤੇ ਕੋਈ ਵੀ ਅਸੀਂ ਪੁਆਇੰਟ ਜਿਹੜਾ ਲਵਾਂਗੇ, ਇੱਕ ਗੱਲ ਤੇ ਪੱਕੀ ਹੈ, ਉਹਦੇ ਵਿੱਚ ਜਿਹੜਾ x ਹੈ ਉਹ ਸਾਡੇ ਕੋਲ ਹਮੇਸ਼ਾ 0 ਹੁੰਦਾ ਹੈ। ठीक है, y की कीमत कुछ ना कुछ होएगी, x ज़्यादा 0 होएगा। तो ये x असी 0 भर देंगे, 0 भरांगे साढ़े को 0 + 2y = 2 आ जाएगा और y = साढ़े को आ जाएगा 1। ठीक है, तो x 0 y 1 पॉइंट साढ़े को की बन गया 0,1। ठीक है, 20वां ते आखिरी सवाल साढ़े को इस टेस्ट का जिहड़ा है 3x - 11 = 10 रेखी समीकरण दे द लीनियर इक्वेशन 3x - 11 = 10 हैज़, हाँ जी, यूनिक सोल्यूशन, 2 सॉल्यूशंस, इनफाइनेटली मैनी सॉल्यूशंस, नो सॉल्यूशन। तो अगर साडे कोल सिंगल जिहड़ा रेखी समीकरण दिता होया, सिंगल लीनियर इक्वेशन है, तो ਇਹਦੇ अणगिणत हल ਜਿਹੜੇ ਹੈ ਉਹ ਹੋ ਸਕਦੇ ਨੇ, ਕਿਉਂਕਿ ਇਹਦੇ ਨਾਲ ਅਸੀਂ ਜਿਹੜਾ 3x - 11 y = 10 ਹੈ, ਇਹਦਾ ਜਿਹੜਾ ਗ੍ਰਾਫ ਹੈ ਉਹ ਸਾਡੇ ਕੋਲ ਇੱਕ ਰੇਖਾ ਬਣੇਗਾ। ਉਸ ਲਾਈਨ ਤੇ ਉਸ ਰੇਖਾ ਦੇ ਉੱਤੇ ਕਿੰਨੇ ਬਿੰਦੂ ਨੇ, ਅਣਗਿਣਤ ਬਿੰਦੂ ਨੇ, ਜਿੰਨੇ ਬਿੰਦੂ ਨੇ ਉਨੇ ਇਹਦੇ ਸੋਲੂਸ਼ਨ ਹੋ ਸਕਦੇ। ਠੀਕ ਹੈ, तो इनफाइनेटली मैनी सॉल्यूशंस होणगे ਸਾਡੇ ਕੋਲ इस रेखी समीकरण ਦੇ। ठीक है स्टूडेंट्स, तो ये साडे कोल 20 सवाल सीगे पैस ते। ठीक है, तो मैनूं उम्मीद है कि सारे सवाल तुसीं पेपर च भी सही कीते होणगे ते जो कोई तुहानूं डाउट होएगी वो तुहाडी क्लीयर होगी। ठीक है बच्चों, थैंक यू।